एक ही है जो ये यीशु विच वेखदे हन। ਉਹ ਸਾਰਿਆਂ ਨੂੰ ਮਾਫ ਕਰਦਾ ਹੈ, ਪਾਪੀਆਂ ਨਾਲ ਉੱਠਦਾ ਬੈਠਦਾ ਹੈ, ਚੁੰਗੀ ਲੈਣ ਨਾਲ ਮਿਲਦਾ ਹੈ। ਅਤੇ ਸਾਨੂੰ ਪਤਾ ਹੈ ਉਹਨਾਂ ਨੂੰ ਮਾਫੀ ਦੀ ਲੋੜ ਹੈ। ਗੌਰ ਕੀਤਾ ਹੈ, ਉਹ ਭੀੜ ਜੋ ਉਸਦੇ ਪਿੱਛੇ ਆਉਂਦੀ ਹੈ ਵੱਧਦੀ ਜਾਂਦੀ ਹੈ। ਮਾਫ ਕਰਨਾ, ਕੀ ਉਹ ਤੁਹਾਡੀਆਂ ਭੇੜਾਂ ਹਨ? हाँ, मैं इन्हां नू चरा रहा अपने आप। ਇਹ ਮੇਰੇ ਪਰਿਵਾਰ ਦੇ ਮਵੇਸ਼ੀਆਂ ਦਾ ਇੱਕ ਹਿੱਸਾ ਹੈ। ਮੇਰੇ ਪਿਤਾ ਨੇ ਮੈਨੂੰ ਇਹ ਕੰਮ ਦਿੱਤਾ ਹੈ। ਮੈਨੂੰ ਖੈਰ, ਜੇ ਤੇਰੇ ਪਿਤਾ ਤੇਰੇ ਤੇ ਭਰੋਸਾ ਕਰਦੇ ਤਾਂ ਮੈਂ ਕਹਾਂਗਾ ਤੈਨੂੰ ਸ਼ਾਇਦ ਉਸ ਪਕੌੜੇ ਦੇ ਪਿੱਛੇ ਨੱਠਣਾ ਪਵੇ। ਹਾਂ, ਓ ਨਹੀਂ ਬਾਗੀ, ਵਾਪਸ ਆ ਬਾਗੀ। ਕੀ ਤੂੰ ਯੀਸ਼ੂ ਨਾਸਰੀ ਹੈ? हाँ मैं हाँ। ਉਹ ਤੁਹਾਨੂੰ ਗੁਰੂ ਆਖਦੇ ਹਨ ਅਤੇ ਇੱਕ ਨਬੀ। ਫਿਰ ਵੀ ਤੁਸੀਂ ਪਾਪੀਆਂ ਤੇ ਚੁੰਗੀ ਲੈਣ ਵਾਲਿਆਂ ਨਾਲ ਖਾਂਦੇ ਪੀਂਦੇ ਹੋ। ਮੰਦਰ ਦੇ ਅਗਵੇ ਪੁੱਛ ਰਹੇ ਹਨ ਕਿ ਤੁਸੀਂ ਇਹ ਕਿਸ ਤਰ੍ਹਾਂ ਸਮਝਾਓਗੇ? ਗੁਰੂ ਜੀ, ਰੁਕ ਜਾ ਬਾਗੀ, ਇੱਥੇ ਵਾਪਸ ਆ। ਕਿਹੜਾ ਮਨੁੱਖ ਹੈ ਜਿਹਦੇ ਕੋਲ 100 ਭੇਡਾਂ ਹੋਣ ਅਤੇ ਜੇ ਉਹਨਾਂ ਵਿੱਚੋਂ ਇੱਕ ਗਵਾਚ ਜਾਵੇ ਤਾਂ ਤੁਸੀਂ ਕੀ ਕਰੋਗੇ? 99 ਨੂੰ ਉਜਾੜ ਵਿੱਚ ਛੱਡ ਕੇ ਉਸ ਗਵਾਚੀ ਹੋਈ ਦੀ ਭਾਲ ਵਿੱਚ ਨਾ ਜਾਵੇ ਜਦ ਤਾਈਂ ਉਸ ਨੂੰ ਲੱਭ ਨਾ ਲਵੇ, ਅਤੇ ਜਾਂ ਲੱਭ ਪਵੇ ਤਾਂ ਉਹਨੂੰ ਖੁਸ਼ੀ ਨਾਲ ਆਪਣੇ ਮੋਢਿਆਂ ਉੱਤੇ ਚੱਕ ਕੇ ਘਰ ਲੈ ਆਵੇ ਅਤੇ ਆਪਣੇ ਮਿੱਤਰਾਂ ਤੇ ਗੁਆਂਢੀਆਂ ਨੂੰ ਇਕੱਠੇ ਬੁਲਾ ਕੇ ਉਹਨਾਂ ਨੂੰ ਆਖੇ, ਭਾਈ ਮੇਰੇ ਨਾਲ ਆਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਭੇਡ ਲੱਭ ਲਈ ਹੈ। ਮੈਂ ਤੁਹਾਨੂੰ ਆਖਦਾ ਇਸੇ ਤਰ੍ਹਾਂ ਸੁਰਗ ਵਿੱਚ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਕਾਰਨ 99 ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੌਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ। ਇਹ ਬਚਨ ਹੈ ਸਦਾ ਸਾਰੇ ਜਹਾਨ ਲਈ, ਇਹ ਕਹਾਣੀ ਸਦਾ ਹੈ ਜੋ ਸੱਚ। ਸੁਪਰ ਬੁੱਕ Hosanna ga Hosanna, ਇਹ ਬਚਨ ਹੈ ਸੁਪਰ ਬੁੱਕ। Hosanna ga Hosanna, ਇਹ ਬਚਨ ਹੈ ਸੁਪਰ ਬੁੱਕ। ਇਸ ਪਾਸੇ ਇੱਥੇ ਮੈਂ ਫੜ ਲਿਆ। ਇਹ ਵੇਖੋ ਦੋਸਤੋ, ਪੂਰੀ ਦੁਨੀਆ ਘੁੰਮ ਕੇ ਚੰਦ ਵੱਲ ਤੇ ਵਾਪਸ। ਕੰਡੇ ਬਹੁਤ ਤੇਜ਼ ਹਨ, ਕੰਡੇ ਤੇਜ਼ ਹਨ। ਮੈਨੂੰ ਪੱਟੀ ਕਰਨੀ ਪੈਗੀ। ਵਾਹ, ਕੀ ਤੁਸੀਂ ਉਹ ਵੇਖਿਆ? ਐਰਨ ਨੂੰ ਕੀ ਹੋਇਆ ਹੈ? ਹਾਂ, ਅਕਸਰ ਉਹ ਹੈਟ ਪਾਉਂਦਾ ਹੈ। ਕੀ ਉਹ ਇਹ ਕਰਦਾ ਹੈ? ਐਰਨ ਖੋਲਣਾ। ਕੀ ਮੇਰੇ ਪਿਤਾ ਤੁਹਾਡੇ ਨਾਲ ਹਨ? ਨਹੀਂ, ਤੇਰੇ ਪਿਤਾ ਸਾਡੇ ਨਾਲ ਕਿਉਂ ਹੋਣਗੇ? ਓਏ, ਮੈਂ ਕੀ ਆ? ਕਬਾੜੀ ਦਾ ਮਾਲ। ਐਰਨ, ਤੂੰ ਆਪਣੇ ਪਿਤਾ ਤੋਂ ਕਿਉਂ ਲੁਕ ਰਿਹਾ ਹੈ? ਮੈਂ ਕੁਝ ਸੱਚਮੁੱਚ ਭੈੜਾ ਕੀਤਾ ਕ੍ਰਿਸ। ਮੇਰੇ ਤੇ ਬਹੁਤ ਮੁਸੀਬਤ ਆਉਣ ਵਾਲੀ ਹੈ। ਮੇਰੇ ਪਿਤਾ ਮੈਨੂੰ ਕਦੇ ਮਾਫ ਨਹੀਂ ਕਰਨਗੇ। ਮੈਂ ਹੁਣ ਕਦੇ ਘਰ ਨਹੀਂ ਜਾ ਸਕਦਾ। ਪਰ ਤੂੰ ਕਿੱਦਾਂ ਕੀ ਹੈ? ਕ੍ਰਿਸ, ਤੂੰ ਆਪਣੇ ਟ੍ਰੀ ਹਾਊਸ ਦਾ ਕਿੰਨਾ ਕਿਰਾਇਆ ਲਏਗਾ? ਕਾਫੀ ਫਲੋਰ ਸਪੇਸ ਹੈ। ਸ਼ੁਰੂ ਕਰਾਂਗੇ ਅੱਜ ਤੋਂ। ਐਰਨ, ਤੂੰ ਮੇਰੇ ਟ੍ਰੀ ਹਾਊਸ 'ਚ ਨਹੀਂ ਰਹਿ ਸਕਦਾ। ਇਹ ਨਹੀਂ ਹੈ ਤਾਂ ਮੈਨੂੰ ਸ਼ਹਿਰ 'ਚ ਜਾ ਕੇ ਕੋਈ ਘਰ ਲੱਭਣਾ ਪਏਗਾ। ਵੇਖ, ਮੇਰੇ ਕੋਲ ਜਨਮਦਿਨ ਦੇ ਪੈਸੇ ਨੇ। ਮੈਂ ਤੈਨੂੰ ਹਫਤੇ ਤੇ $10 ਦੇ ਸਕਦਾ। ਇਹ ਤਾਂ ਪਾਗਲਪਨ ਹੈ। ਹਾਂ, ਉਹ ਪੈਰਿਸਕੋਪ ਅਤੇ ਬੀਨ ਬੈਗ ਚੇਅਰ ਕੱਲੇ ਹੀ $20 ਦੇ ਹਨ। ਮੈਂ ਇੱਥੇ ਸੌਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਓ ਠੀਕ ਹੈ, ਵਧੀਆ ਹੈ। ਮੇਰੇ ਡੈਡ ਨੂੰ ਪਤਾ ਲੱਗ ਜਾ ਕਿ ਮੈਂ ਇੱਥੇ ਹੀ ਹਾਂ। ਇਹ ਉਹ ਚੀਜ਼ਾਂ ਨੇ ਜੋ ਮੈਨੂੰ ਚਾਹੀਦੀਆਂ ਨੇ। ਮੈਂ ਜਾ ਰਿਹਾ ਅਤੇ 10 ਪੀਨਟ ਬਟਰ ਸੈਂਡਵਿਚ। ਕੀ ਤੂੰ ਉਹਨਾਂ ਦੇ ਕਿਨਾਰੇ ਵੱਢ ਸਕਦਾ ਜਿਵੇਂ ਮੇਰੇ ਡੈਡੀ ਕਰਦੇ ਨੇ? ਮੈਨੂੰ ਇਸ ਤਰ੍ਹਾਂ ਬਹੁਤ ਚੰਗੇ ਲੱਗਦੇ ਨੇ। ਠੀਕ ਹੈ। ਐਰਨ, ਟ੍ਰੀ ਹਾਊਸ ਛੱਡ ਕੇ ਨਾ ਜਾਈਂ। ਤੈਨੂੰ ਮੇਰੀ ਗੱਲ ਸਮਝ ਆਈ? ਟ੍ਰੀ ਹਾਊਸ ਛੱਡ ਕੇ ਨਾ ਜਾਈਂ। ਚੰਗੀ ਚੇਅਰ ਹੈ। ਮੈਂ ਹਫਤੇ ਤੇ 15 ਦੇਵਾਂਗਾ। ਇਸ ਤੋਂ ਅੱਗੇ ਪੈਸਾ ਵੱਧ ਨਹੀਂ। ਹੁਣ ਅਸੀਂ ਕੀ ਕਰਾਂਗੇ? ਉਹਨੂੰ ਚੇਅਰ ਪਸੰਦ ਹੈ। ਮੈਂ ਤਾਂ ਕਹਾਂਗਾ ਮੌਕੇ ਦਾ ਫਾਇਦਾ ਉਠਾਓ। ਮਹੀਨੇ ਦੇ 19, ਕੁਝ ਵੀ ਐਕਸਟਰਾ ਨਹੀਂ।
ਜਾਂ ਅਸੀਂ ਉਸ ਨੂੰ ਘਰ ਜਾ ਕੇ ਇਹਦਾ ਸਾਹਮਣਾ ਕਰਨ ਲਈ ਮਨਾ ਸਕਦੇ ਹਾਂ। ਮੈਨੂੰ ਨਹੀਂ ਪਤਾ। ਐਰਨ ਬਹੁਤ ਚਿਰ ਤੋਂ ਮੇਰਾ ਦੋਸਤ ਹੈ। ਜੇ ਉਹ ਇਹ ਆਖਦਾ ਹੈ ਕਿ ਉਹ ਆਪਣੇ ਪਿਤਾ ਨੂੰ ਨਹੀਂ ਦੱਸ ਸਕਦਾ, ਤਾਂ ਜੋ ਕੁਝ ਵੀ ਉਹਨੇ ਕੀਤਾ ਸ਼ਾਇਦ ਉਹ ਮਾਫੀਯੋਗ ਨਹੀਂ ਹੈ। ਸੁਪਰ ਬੁੱਕ ਸਾਨੂੰ ਰੁਕ ਕੇ ਟ੍ਰੀ ਹਾਊਸ ਦੇ ਕਿਰਾਏ ਦਾ ਕਰਾਰਨਾਮਾ ਕਰਨਾ ਮੈਂ ਤੁਹਾਨੂੰ ਇੱਕ ਅਜਿਹੇ ਮਨੁੱਖ ਨੂੰ ਮਿਲਾਉਣ ਲੈ ਜਾ ਰਿਹਾ ਹਾਂ ਜਿਸ ਨੇ ਮਿਸਾਲ ਦੇ ਕੇ ਸਿਖਾਇਆ ਹੈ ਕਿ ਮਾਫੀ ਹਮੇਸ਼ਾ ਮੁਮਕਿਨ ਹੈ। ਓ ਨਹੀਂ, ਨਾ ਜਾ। ਕੀ ਤੁਸੀਂ ਹੁਣ ਹਾਂ, ਵਰਿਖ ਤੋਂ ਡਿੱਗਿਆ। ਹਾਂ, ਕਮਜ਼ੋਰ ਟਹਿਣੀਆਂ ਸਨ। ਕੀ ਅਸੀਂ ਤੇਰੀ ਪੇਡਾਂ ਨੂੰ ਡਰਾ ਦਿੱਤਾ? ਨਹੀਂ, ਨਹੀਂ, ਇਹ ਪੇੜ ਆਪਣੀ ਮਰਜ਼ੀ ਦੀ ਮਾਲਕ ਹੈ। ਸ਼ਾਂਤ ਹੋ ਜਾ। ਮੈਂ ਜੋਏ ਹਾਂ, ਇਹ ਕ੍ਰਿਸ ਅਤੇ ਗਿਜ਼ਮੋ ਹਨ। ਮੈਂ ਮੀਕਾ ਹਾਂ ਅਤੇ ਇਸ ਨੂੰ ਬਾਗੀ ਆਖਦਾ ਹਾਂ ਕਿਉਂਕਿ ਇਹ ਹਮੇਸ਼ਾ ਭੱਜਣ ਦੀ ਕੋਸ਼ਿਸ਼ ਕਰਦੀ ਹੈ। ਕੀ ਤੁਸੀਂ ਦਰਖਤ ਤੇ ਚੜੇ ਸੀ ਯੀਸੂ ਨੂੰ ਚੰਗੀ ਤਰ੍ਹਾਂ ਵੇਖਣ ਲਈ? ਯੀਸੂ? ਹਾਂ, ਉਹਨਾਂ ਦੇ ਕਾਰਨ ਹੀ ਅੱਜ ਇੱਥੇ ਇੰਨੇ ਸਾਰੇ ਲੋਕ ਜਮ੍ਹਾਂ ਹੋਏ ਹਨ। ਯੀਸੂ ਇੱਕ ਮਹਾਨ ਗੁਰੂ ਹਨ ਤੇ ਦ੍ਰਿਸ਼ਟਾਂਤ ਦਿੰਦੇ ਹੋਏ ਉਹ ਬਹੁਤ ਚੰਗੇ ਲੱਗਦੇ ਹਨ। ਦ੍ਰਿਸ਼ਟਾਂਤ ਕੀ ਹੁੰਦਾ ਹੈ? ਦ੍ਰਿਸ਼ਟਾਂਤ ਮਤਲਬ ਮਿਲਦੀਆਂ ਜੁਲਦੀਆਂ ਘਟਨਾਵਾਂ ਦੇ ਇਸਤੇਮਾਲ ਨਾਲ ਨੈਤਿਕ ਜਾਂ ਧਾਰਮਿਕ ਮੁੱਦੇ ਲਈ ਮਿਸਾਲ ਬਣੀ ਕਹਾਣੀ। ਤਾਂ ਫਿਰ ਤੂੰ ਯੀਸੂ ਨੂੰ ਬੋਲਦੇ ਸੁਣਿਆ ਹੈ? ਨਹੀਂ, ਮੇਰੇ ਇੰਟਰਨਲ ਡਾਟਾ ਫਰੇਮ ਵਿੱਚ ਹਾਈ ਕੈਪੈਸਿਟੀ ਕੁਆਂਟਮ ਮੈਮਰੀ ਪਾਈ ਗਈ ਹੈ। ਕੀ? ਇਹ ਮੁੱਖ ਰੂਪ ਨਾਲ ਡਿਜ਼ਾਈਨ ਕੀਤੀ ਗਈ ਅਸੀਂ ਯੀਸੂ ਦਾ ਪ੍ਰਵਚਨ ਸੁਣਾਂਗੇ। ਸਾਨੂੰ ਰਾਹ ਵਿਖਾ। ਸਭ ਨੂੰ ਦੱਸ ਕਿਉਂ ਨਹੀਂ ਦਿੰਦਾ ਕਿ ਤੂੰ ਰੋਬੋਟ ਹੈ? ਛੱਡ ਵੀ। ਨਹੀਂ, ਤੂੰ ਛੱਡ। ਨਹੀਂ, ਤੂੰ ਛੱਡ। ਰੋਟੀ ਸੱਚਮੁੱਚ ਬਹੁਤ ਸਵਾਦੀ ਹੈ। ਕਿ ਤੂੰ ਖਾਏਗਾ? ਹਾਂ। ਪਤਾ ਹੈ, ਮੈਂ ਐਰਨ ਬਾਰੇ ਸੋਚ ਰਿਹਾ ਸੀ। ਮੇਰਾ ਮਤਲਬ ਜੀ ਉਹ ਸੱਚਮੁੱਚ ਸੰਜੀਦਾ ਹੈ ਘਰ ਤੋਂ ਨੱਡਣ ਬਾਰੇ। ਉਹਨੇ ਜੋ ਕੁਝ ਵੀ ਕੀਤਾ ਹੈ, ਉਹਨੂੰ ਲੱਗਦਾ ਹੈ ਕਿ ਉਸਦੇ ਪਿਤਾ ਉਹਨੂੰ ਕਦੇ ਮਾਫ ਨਹੀਂ ਕਰਨਗੇ। ਗੁਰੂ ਜੀ, ਅਸੀਂ ਚਰਚਾ ਕਰ ਰਹੇ ਸੀ ਜੋ ਤੁਸੀਂ ਇਸ ਤੋਂ ਪਹਿਲਾਂ ਫਰੀਸੀਆਂ ਨੂੰ ਕਹੀ, ਆਇਆਲੀ ਅਤੇ ਗੁਆਚੀ ਹੋਈ ਪੇੜ ਬਾਰੇ, ਅਤੇ ਅਸੀਂ ਸੋਚ ਰਹੇ ਸੀ ਕਿ ਤੁਸੀਂ ਦ੍ਰਿਸ਼ਟਾਂਤ ਵਿੱਚ ਗੱਲਾਂ ਕਿਉਂ ਕਰਦੇ ਹੋ। ਉਹ ਜੋ ਮੇਰਾ ਉਪਦੇਸ਼ ਸੁਣਦੇ ਹਨ ਉਹਨਾਂ ਨੂੰ ਹੋਰ ਗਿਆਨ ਦਿੱਤਾ ਜਾਏਗਾ ਅਤੇ ਉਹਨਾਂ ਦਾ ਗਿਆਨ ਹੋਰ ਵਧੇਗਾ। ਮੈਂ ਤੁਹਾਨੂੰ ਸੱਚ ਆਖਦਾ, ਬਥੇਰੇ ਨਬੀ ਅਤੇ ਰਾਸਤਬਾਜ਼ ਲੋਕ ਉਹਨੂੰ ਵੇਖਣ ਨੂੰ ਤਰਸਦੇ ਹਨ ਜੋ ਤੁਸੀਂ ਵੇਖਦੇ ਹੋ, ਪਰ ਉਹਨਾਂ ਨੇ ਨਹੀਂ ਵੇਖਿਆ। ਉਹ ਸੁਣਨ ਨੂੰ ਤਰਸਦੇ ਹਨ ਜੋ ਤੁਸੀਂ ਸੁਣਦੇ ਹੋ, ਪਰ ਉਹ ਇਹ ਨਹੀਂ ਸੁਣਦੇ। ਜੋਏ, ਤੇਰੇ ਹਿਸਾਬ ਨਾਲ ਉਹਨਾਂ ਦਾ ਕੀ ਮਤਲਬ ਹੈ? ਮੈਨੂੰ ਨਹੀਂ ਪਤਾ। ਇੱਕ ਮਨੁੱਖ ਦੇ 2 ਪੁੱਤਰ ਸਨ। ਅਤੇ ਉਹਨਾਂ ਵਿੱਚੋਂ ਦੂਜੇ ਨੇ ਪਿਓ ਨੂੰ ਆਖਿਆ, ਪਿਤਾ ਜੀ, ਮੈਨੂੰ ਤੁਹਾਡੀ ਜਾਇਦਾਦ ਵਿੱਚੋਂ ਆਪਣਾ ਹਿੱਸਾ ਹੋਣੀ ਚਾਹੀਦਾ, ਤੁਹਾਡੇ ਮਰਨ ਤੋਂ ਪਹਿਲਾਂ ਹੀ। ਇਸ ਲਈ ਉਸ ਦਾ ਪਿਤਾ ਆਪਣੇ 2 ਪਿੱਤਰਾਂ ਵਿੱਚ ਆਪਣੀ ਜਾਇਦਾਦ ਵੰਡਣ ਲਈ ਰਾਜ਼ੀ ਹੋ ਗਿਆ। ਕੁਝ ਦਿਨਾਂ ਬਾਅਦ ਛੋਟੇ ਪੁੱਤਰ ਨੇ ਆਪਣਾ ਸਭ ਕੁਝ ਸਮੇਟਿਆ ਤੇ ਇੱਕ ਦੂਰ ਦੇਸ਼ ਚਲਾ ਗਿਆ, ਜਿੱਥੇ ਉਸਨੇ ਆਪਣਾ ਸਾਰਾ ਪੈਸਾ ਬਦ ਚਲਣੀ ਵਿੱਚ ਉਡਾ ਦਿੱਤਾ। ਓਏ ਜ਼ਰਾ ਦੇਖ ਕੇ ਚੱਲ। ਅੱਗੇ ਵੱਧ, ਉਹਨਾਂ ਨੂੰ ਫੇਰ ਸੁੱਟ।
ਉਹ ਸਭ ਕੁਝ ਖਰਚ ਕਰ ਚੁੱਕਿਆ ਤਾਂ ਉਸ ਦੇਸ਼ ਵਿੱਚ ਇੱਕ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ। ਤਾਂ ਉਹ ਉਸ ਦੇਸ਼ ਦੇ ਕਿਸੇ ਰਹਿਣ ਵਾਲੇ ਕੋਲ ਜਾ ਰਿਹਾ ਅਤੇ ਉਸਨੇ ਉਸ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ। ਅਤੇ ਇਹ ਨੌਜਵਾਨ ਇੰਨਾ ਭੁੱਖਾ ਸੀ ਕਿ ਉਹਨਾਂ ਫਲੀਆਂ ਨੂੰ ਖਾਣ ਲਈ ਤਰਸ ਗਿਆ ਜੋ ਸੂਰ ਖਾਂਦੇ ਸਨ, ਪਰ ਕਿਸੇ ਨੇ ਉਸ ਨੂੰ ਖਾਣ ਲਈ ਕੁਝ ਨਾ ਦਿੱਤਾ। ਜਦੋਂ ਆਪਣੇ ਆਪੇ ਵਿੱਚ ਆਇਆ ਤਾਂ ਉਸਨੇ ਆਪਣੇ ਆਪ ਨੂੰ ਆਖਿਆ, ਮੇਰੇ ਘਰ 'ਚ ਤਾਂ ਕਾਮਿਆਂ ਨੂੰ ਵੀ ਭਰਪੇਟ ਖਾਣਾ ਮਿਲਦਾ ਹੈ ਅਤੇ ਇੱਥੇ ਮੈਂ ਭੁੱਖ ਤੋਂ ਮਰ ਰਿਹਾ ਹਾਂ। ਉਸਨੇ ਉਹ ਸਭ ਕੁਝ ਉਡਾ ਦਿੱਤਾ ਜੋ ਉਸਦੇ ਪਿਤਾ ਨੇ ਉਸਨੂੰ ਦਿੱਤਾ ਸੀ। ਓ ਨਹੀਂ, ਉਹ ਫੇਰ ਭੱਜ ਗਈ। ਮੀਕਾ ਉਹ ਉੱਥੇ ਗਿਆ ਹੈ। ਬਾਗੀ ਵਾਪਸ ਆ। ਚਲੋ ਸਾਨੂੰ ਮਦਦ ਕਰਨੀ ਚਾਹੀਦੀ ਹੈ। ਪਰ ਉਹ ਕਹਾਣੀ हाँ पता लाइए कि उस उड़ाऊ पुत्र दा की होया। ਜੇ ਗਿਸਮੋ ਗਵਾਚ ਜਾਏ ਤਾਂ ਤੂੰ ਇਹ ਨਹੀਂ ਚਾਹੇਂਗਾ ਕਿ ਮੈਂ ਉਸ ਨੂੰ ਲੱਭਣ ਵਿੱਚ ਮਦਦ ਕਰਾਂ? ਇਹ ਤਾਂ ਕਦੀ ਨਹੀਂ ਹੋ ਸਕਦਾ ਜੋਏ। ਮੇਰੇ ਅੰਦਰ ਨੈਵੀਗੇਸ਼ਨ ਮੋਡਿਊਲ ਲੱਗਿਆ ਤੇ ਕਦੇ ਵੀ ਮੈਂ ਮੇਰੀ ਗੱਲ ਸਮਝ, ਇਹ ਐ ਹੈ ਜਿਵੇਂ ਜਿਵੇਂ ਅਜਿਹਾ ਹੋਵੇ ਇੱਕ ਦ੍ਰਿਸ਼ਟਾਂਤ ਵਾਂਗ। ਮੈਂ ਤੇਰੇ ਬਾਰੇ ਕਹਾਣੀ ਬਣਾ ਰਹੀ ਹਾਂ ਤਾਂ ਕਿ ਮੈਂ ਕ੍ਰਿਸ ਅੱਗੇ ਆਪਣੀ ਗੱਲ ਰੱਖ ਸਕਾਂ। ਮੈਂ ਕਿਸ ਨੂੰ ਸਮਝਾ ਰਹੀ ਹਾਂ? ਠੀਕ ਹੈ ਅਸੀਂ ਮਦਦ ਕਰਾਂਗੇ। ਅਸੀਂ ਨਾਲ ਆਵਾਂਗੇ ਜਿਵੇਂ ਕਿ ਅਸੀਂ ਮਦਦ ਕਰ ਰਹੇ ਹੋਈਏ। ਉਹ ਕਿਸੇ ਹੋਰ ਦੇ ਝੁੰਡ ਵਿੱਚ ਵੜ ਰਿਹਾ ਹੈ। ਓ ਨਹੀਂ, ਅਸੀਂ ਤੇਰੀ ਪੇੜ ਕਿਵੇਂ ਲੱਭਾਂਗੇ ਇੰਨੇ ਵੱਡੇ ਝੁੰਡ ਵਿੱਚ? ਧਿਆਨ ਨਾਲ ਵੇਖੋ, ਬਾਗੀ ਦੇ ਕੰਨ ਦੇ ਪਿੱਛੇ ਇੱਕ ਭੂਰਾ ਦਾਗ ਹੈ। ਬਾਗੀ ਇੱਥੇ ਕੋਈ ਦਾਗ ਨਹੀਂ ਹੈ। ਇੱਥੇ ਵੀ ਨਹੀਂ ਹੈ। ਇਸ ਵਿੱਚ ਤਾਂ ਬਹੁਤ ਚਿਰ ਲੱਗ ਜਾਏਗਾ ਜਦ ਤੱਕ ਕਿ ਡੌਗੀ ਬॉट्स बचाव ਕਰਨ ਨਾ ਆਏ। ਕਿੱਥੇ ਹੈ ਬਾਗੀ ਕਿੱਥੇ ਹੈ ਤੂੰ? ਬਾਗੀ ਬਚਾਓ। ਸਾਨੂੰ ਇਸ ਝੁੰਡ ਨਾਲ ਹੋਰ ਤੇਜ਼ੀ ਨਾਲ ਨਿਪਟਣਾ ਪਏਗਾ। ਡੌਗੀ ਬॉट्स ਹੁਣ ਬਣ ਜਾਓ ਡੌਗੀ ਫੁੱਟविंग। ਬਾਗੀ ਕਿੱਥੇ ਹੈ ਤੂੰ? ਕ੍ਰਿਸ, ਜॉय, ਬਚਾਓ। ਮੀਕਾ ਓ ਨਹੀਂ, ਇੱਕ ਮਿੰਟ ਮੀਕਾ। ਸੋਟੀ ਫੜ ਲੈ। ਅਸੀਂ ਤੈਨੂੰ ਫੜ ਲਿਆ। ਇੱਕ ਮਿੰਟ। ਤੂੰ ਨੱਚ ਸਕਦਾ ਹੈ ਪਰ ਤੂੰ ਲੁਕ ਨਹੀਂ ਸਕਦਾ ਬਾਗੀ। ਓ ਨਹੀਂ, ਵਾਪਸ ਆ ਡੌਗੀ ਫੁੱਟविंग। ਨੈਟ ਨਾ ਛੱਡੀ ਜਦ ਤੱਕ ਮੈਂ ਬਾਗੀ ਤੋਂ 10 ਫੁੱਟ ਦੂਰ ਨਾ ਹੋ ਜਾਵਾਂ। ਪੁਸ਼ਟੀ ਕਰ, ਸਮਝ ਗਿਆ? ਪਿੱਛੇ ਹਟੇ ਬਾਗੀ, ਪਿੱਛੇ ਹਟ। ਹਟ 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 ਹਟ। ਮੈਂ ਤੁਹਾਡਾ ਕਿਵੇਂ ਧੰਨਵਾਦ ਕਰਾਂ ਦੋਸਤੋ? ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਮੇਰਾ ਧੰਨਵਾਦ ਕਰਨਾ ਚਾਹੀਦਾ ਹੈ? ਸ਼ੁਕਰ ਹੈ, ਮੈਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਤੈਨੂੰ ਇਸ ਝੁੰਡ ਚੋਂ ਲੱਭ ਚੰਗਾ ਲਵਾਂਗੇ। ਹੋਇਆ ਕਿ ਤੂੰ ਮਿਲ ਗਈ। ਤੂੰ ਇੱਕ ਬਹੁਤ ਹੀ ਚਲਾਕ ਪੇੜ ਹੈ ਨਾ? ਤੇ ਇੰਨਾ ਤੇਜ਼ ਤਰਾਰ ਵੀ। ਇੱਥੇ ਤਾਂ ਉਹ ਜੇ ਨਹੀਂ ਜਾਂਦਾ। ਉਹ ਦਾਗ ਉਸਦੇ ਕੰਨ ਉੱਤੇ। ਉਸ ਕਹਾਣੀ ਵਿੱਚ ਯੀਸੂ ਦੱਸ ਰਹੇ ਸਨ ਕਿ ਉਸ ਪੁੱਤਰ ਨੇ ਆਪਣੇ ਪਿਤਾ ਦਾ ਦਿੱਤਾ ਸਭ ਕੁਝ ਗਵਾ ਦਿੱਤਾ। ਪਤਾ ਨਹੀਂ ਉਸ ਤੋਂ ਬਾਅਦ ਕੀ ਹੋਇਆ। ਚਲੋ ਜੇ ਅਸੀਂ ਛੇਤੀ ਚੱਲੀਏ ਤਾਂ ਸ਼ਾਇਦ ਅਸੀਂ ਕਹਾਣੀ ਦਾ ਅੰਤ ਸੁਣ ਲਈਏ। ਦੋਸਤੋ, ਸਾਨੂੰ ਬਹੁਤ ਦੇਰ ਹੋ ਚੁੱਕੀ ਹੈ। ਵਾਹ, ਇਹ ਤਾਂ ਬਹੁਤ ਛੋਟੀ ਕਹਾਣੀ ਸੀ। ਹਾਂ,
ਇੱਕ ਦ੍ਰਿਸ਼ਟਾਂਤ ਇੱਕ ਛੋਟੀ ਕਹਾਣੀ ਹੁੰਦੀ ਹੈ ਜੋ ਮਿਲਦੀਆਂ ਜੁਲਦੀਆਂ ਘਟਨਾਵਾਂ ਦਾ ਇਸਤੇਮਾਲ ਕਰਕੇ ਹਾਂ, ਸਾਨੂੰ ਸਮਝ ਆ ਗਿਆ। ਗਿਜ਼ਮੋ ਯੀਸੂ ਸਾਨੂੰ ਉਹ ਫੜਨੀ ਪਈ ਸੀ ਕਿ ਅਸੀਂ ਕਹਾਣੀ ਸੁਣਾਉਂਦੇ ਹਾਂ। ਹੌਲੇ ਹੌਲੇ ਸਭ ਇਕੱਠੇ ਨਹੀਂ। ਹਾਂ, ਹੁਣ ਤੁਸੀਂ ਕੀ ਕਹਿ ਰਹੇ ਸੀ ਬੱਚਿਓ? ਹਾਂ ਫਿਰ ਉਸ ਤੋਂ ਬਾਅਦ ਕੀ ਹੋਇਆ ਸੀ? ਅਸੀਂ ਸੁਣ ਨਹੀਂ ਸਕੇ। ਕਿਰਪਾ ਕਰਕੇ ਸਾਡੇ ਨਾਲ ਬੈਠੋ। ਯੀਸੂ, ਅਸੀਂ ਉਹ ਕਹਾਣੀ ਸੁਣ ਰਹੇ ਸੀ ਜੋ ਤੁਸੀਂ ਲੋਕਾਂ ਨੂੰ ਸੁਣਾ ਰਹੇ ਸੀ। ਪਰ ਮੇਰੀ ਭੇਡ ਭੱਜ ਗਈ ਸੀ। ਮੀਕਾ, ਫੇਰ ਤੋਂ? ਹਾਂ, ਪਰ ਕ੍ਰਿਸ, ਜॉय ਅਤੇ ਗਿਜ਼ਮੋ ਦੀ ਮਦਦ ਨਾਲ ਉਹ ਲੱਭ ਇਸ ਗਈ। ਲਈ ਜਦ ਅਸੀਂ ਬਾਗੀ ਦੇ ਪਿੱਛੇ ਗਏ ਤਦ ਉਸ ਪੁੱਤਰ ਨੇ ਆਪਣਾ ਸਾਰਾ ਧਨ ਉਡਾ ਦਿੱਤਾ ਸੀ ਅਤੇ ਉਹ ਸੂਅਰ ਚਾਰਦਾ ਸੀ। ਹਾਂ, ਉਹਦੇ ਬਾਅਦ ਕੀ ਹੋਇਆ ਸੀ? ਉਹ ਘਰ ਵਾਪਸ ਸ਼ਾਇਦ ਨਹੀਂ ਕਹਿ ਰਿਹਾ ਜਾਂਦਾ ਹੋਵੇਗਾ ਸੀ ਕਿ ਉਸਨੇ ਪੈਸੇ ਨਾ ਲਏ ਹੁੰਦੇ। ਮੈਂ ਤੁਹਾਡੇ ਲਈ ਕਹਾਣੀ ਖਤਮ ਕਰਨੀ ਚਾਹਾਂਗਾ। ਜਦ ਉਹ ਸੂਰਾਂ ਨੂੰ ਚਾਰਨ ਦਾ ਕੰਮ ਕਰ ਰਿਹਾ ਸੀ, ਉਹ ਨੌਜਵਾਨ ਇੰਨਾ ਭੁੱਖਾ ਸੀ ਕਿ ਉਹ ਫਲੀਆਂ ਜੋ ਸੂਰਾਂ ਨੂੰ ਖਵਾ ਰਹੇ ਸਨ ਉਹ ਵੀ ਉਸ ਲਈ ਲਜ਼ੀਜ਼ ਸਨ, ਪਰ ਕਿਸੇ ਨੇ ਉਸ ਨੂੰ ਕੁਝ ਨਾ ਦਿੱਤਾ। ਆਖਰ ਜਦ ਉਸ ਨੂੰ ਹੋਸ਼ ਆਇਆ ਤਾਂ ਉਸਨੇ ਮੇਰੇ ਕਿਹਾ, ਪਿਤਾ ਦੇ ਕੰਮ ਮੈਨੂੰ ਢਿੱਡ ਭਰ ਕੇ ਖਾਣ ਲਈ ਮਿਲਦਾ ਹੈ ਤੇ ਇੱਥੇ ਮੈਂ ਭੁੱਖ ਤੋਂ ਮਰ ਰਿਹਾ। ਮੈਂ ਉੱਠ ਕੇ ਆਪਣੇ ਪਿਤਾ ਕੋਲ ਜਾਵਾਂਗਾ ਤੇ ਉਹਨਾਂ ਨੂੰ ਆਖਾਂਗਾ, ਪਿਤਾ ਜੀ, ਮੈਂ ਆਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਯੋਗ ਨਹੀਂ ਜੋ ਫਿਰ ਤੁਹਾਡਾ ਪੁੱਤਰ ਰਖਾਵਾਂ। ਮੈਨੂੰ ਆਪਣੇ ਕਾਮਿਆਂ ਵਿੱਚੋਂ ਇੱਕ ਜ਼ਹਿਰ ਰੱਖ ਲਓ। ਪਰ ਉਹ ਅਜੇ ਦੂਰ ਹੀ ਸੀ ਕਿ ਉਹਦੇ ਪਿਓ ਨੇ ਉਹਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅਤੇ ਦੌੜ ਕੇ ਉਹ ਆਪਣੇ ਪੁੱਤਰ ਵੱਲ ਗਿਆ। ਅਤੇ ਉਸ ਨੂੰ ਗਲ ਲਾ ਲਿਆ ਅਤੇ ਉਹਨੂੰ ਚੁੰਮਿਆ। ਸਭ ਤੋਂ ਚੰਗੇ ਬਸਤਰ ਛੇਤੀ ਕੱਢ ਕੇ ਇਸ ਨੂੰ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਇੱਕ ਅੰਗੂਠੀ ਅਤੇ ਪੈਰੀ ਜੁੱਤੀ ਪਾਓ ਅਤੇ ਪਲਿਆ ਹੋਇਆ ਵੱਛਾ ਲਿਆ ਕੇ ਕਹੋ, ਭਈ ਅਸੀਂ ਖਾਈਏ ਅਤੇ ਖੁਸ਼ੀ ਮਨਾਈਏ, ਕਿਉਂ ਜੋ ਮੇਰਾ ਇਹ ਪੁੱਤਰ ਮੋਇਆ ਹੋਇਆ ਸੀ ਫਿਰ ਜੀ ਪਿਆ ਹੈ, ਗਵਾਚ ਗਿਆ ਸੀ ਅਤੇ ਫਿਰ ਲੱਭਿਆ ਹੈ। ਅਤੇ ਉਹ ਧੰਨਵਾਦ ਮਨਾਉਣ ਲੱਗ ਪਏ। ਪਰ ਵੱਡਾ ਪੁੱਤਰ ਬਾਹਰ ਖੇਤ ਵਿੱਚ ਸੀ। ਪਰ ਜਦ ਉਹ ਘਰ ਦੇ ਨੇੜੇ ਆਇਆ ਤਾਂ ਉਸਨੇ ਗਾਣ ਵਜਾਉਣ ਅਤੇ ਨੱਚਣ ਦੀਆਂ ਆਵਾਜ਼ਾਂ ਸੁਣੀਆਂ। ਇੱਥੇ ਕੀ ਹੋ ਰਿਹਾ ਹੈ? तेरा भरा सही सलामत घर वापस आ गया है ते तेरे पिता ने पलिया होया बच्चा कटवाया है। ਵੱਡੇ ਭਰਾ ਨੂੰ ਇੰਨਾ ਗੁੱਸਾ ਆਇਆ ਕਿ ਉਹ ਘਰ ਦੇ ਅੰਦਰ ਜਾਣ ਲਈ ਵੀ ਤਿਆਰ ਨਹੀਂ ਸੀ। ਸੋ ਉਹਦਾ ਪਿਓ ਬਾਹਰ ਆ ਕੇ ਉਹਨੂੰ ਮਨਾਉਣ ਲੱਗਾ। ਤੁਹਾਨੂੰ ਪਤਾ ਹੈ ਮੈਂ ਕਈ ਵਰਿਆਂ ਤੋਂ ਤੁਹਾਡੀ ਟਹਿਲ ਕਰਦਾ ਰਿਹਾ ਤੇ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ, ਪਰ ਤੁਸੀਂ ਮੈਨੂੰ ਕਦੇ ਇੱਕ ਪਠੋਰਾ ਵੀ ਨਹੀਂ ਦਿੱਤਾ ਤਾਂ ਜੋ ਮੈਂ ਆਪਣੇ ਬੇਲੀਆਂ ਨਾਲ ਖੁਸ਼ੀ ਕਰਾਂ। ਪਰ ਜਦ ਇਹ ਤੁਹਾਡਾ ਪੁੱਤਰ ਆਇਆ ਜਿਸ ਨੇ ਅਯਾਸ਼ੀ ਵਿੱਚ ਪੂੰਜੀ ਉਡਾ ਦਿੱਤੀ, ਤੁਸੀਂ ਉਹਦੇ ਲਈ ਪਲਿਆ ਹੋਇਆ ਵੱਛਾ ਕੱਟਿਆ ਜਸ਼ਨ ਮਨਾਉਣ ਲਈ। ਮੇਰੇ ਪੁੱਤਰ, ਤੂੰ ਸਦਾ ਮੇਰੇ ਨਾਲ ਹੈ ਅਤੇ ਮੇਰਾ ਸਭ ਕੁਝ ਤੇਰਾ ਹੈ, ਪਰ ਖੁਸ਼ੀ ਕਰਨੀ ਅਤੇ ਆਨੰਦ ਹੋਣਾ ਜੋਸ਼ ਸੀ, ਕਿਉਂਕਿ ਤੇਰਾ ਇਹ ਭਰਾ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ ਅਤੇ ਗਵਾਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ। ਵਾਹ, ਮੈਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਕੋਈ ਪਿਤਾ ਇਸ ਤਰ੍ਹਾਂ ਆਪਣੇ ਪੁੱਤਰ ਨੂੰ ਵਾਪਸ ਲੈ ਆਏਗਾ। ਜਦਕਿ ਉਸਨੇ ਆਪਣੇ ਪਿਤਾ ਦਾ ਦਿੱਤਾ ਹੋਇਆ ਸਭ ਕੁਝ ਬਰਬਾਦ ਕਰ ਦਿੱਤਾ। ਹਾਂ, ਉਹਦਾ ਬਾਹਾਂ ਫੈਲਾ ਕੇ ਸਵਾਗਤ ਕੀਤਾ ਗਿਆ ਅਤੇ ਉਸ ਦੇ ਪਿਤਾ ਨੇ ਉਸ ਨੂੰ ਹੋਰ ਵੀ ਦਿੱਤਾ। ਇਹ ਪ੍ਰੇਮ ਹੈ। ਇੱਕ ਪਿਤਾ ਜਿਸ ਦਾ ਪ੍ਰੇਮ ਹਮੇਸ਼ਾ ਸੱਚਾ ਹੁੰਦਾ ਹੈ, ਇਸੇ ਤਰ੍ਹਾਂ ਮਾਫ ਕਰਦਾ ਹੈ। ਇਸ ਭੇਡ ਦਾ ਧਿਆਨ ਰੱਖੀ ਮਿਕਾ।
ਇਹ ਬਹੁਤ ਹੀ ਸ਼ਾਨਦਾਰ ਕਹਾਣੀ ਸੀ। ਬਾਗੀ ਰੁਕ ਜਾ। ਇਹ ਸੁਪਰ ਬੁੱਕ ਹੈ। ਲੱਗਦਾ ਹੈ ਹੁਣ ਅਸੀਂ ਘਰ ਜਾ ਰਹੇ ਹਾਂ। ਮੈਨੂੰ ਪਤਾ ਨਹੀਂ ਐਰਨ ਨੇ ਕੀ ਕੀਤਾ ਹੈ ਜੋ ਘਰ ਜਾਣ ਲਈ ਇੰਨਾ ਡਰ ਰਿਹਾ ਹੈ। ਖੈਰ ਜੋ ਕੁਝ ਵੀ ਹੈ, ਉਸ ਉਡਾਊ ਪੁੱਤਰ ਤੋਂ ਭੈੜਾ ਨਹੀਂ ਹੋ ਸਕਦਾ। ਚਲੋ। ਹੇ ਦੋਸਤੋ, ਇਸ ਮੌਸਮ ਵਿੱਚ ਬੋਰਨੀਆ ਦੇ ਜੰਗਲ ਕਿਵੇਂ ਲੱਗਦੇ ਹੋਣਗੇ? ਮੈਨੂੰ ਕੋਈ ਵੀ ਲੱਭ ਨਹੀਂ ਸਕੇਗਾ ਇਸ ਰੇਨ ਫੋਰੈਸਟ ਵਿੱਚ। ਐਰਨ, ਤੂੰ ਘਰੋਂ ਨਹੀਂ ਨੱਠ ਸਕਦਾ ਭਾਵੇਂ ਤੂੰ ਕੁਝ ਵੀ ਕੀਤਾ ਹੋਵੇ। ਤੁਸੀਂ ਮੇਰੇ ਡੈਡ ਨੂੰ ਨਹੀਂ ਜਾਣਦੇ। ਵੈਸੇ ਤੂੰ ਕੀਤਾ ਕੀ ਹੈ? ਮੈਂ ਸਕੂਲ ਤੋਂ ਛੁੱਟੀ ਮਾਰੀ ਅੱਛਾ, ਅਤੇ ਏਟੀਵੀ ਨੂੰ ਗਰਾਜ ਤੋਂ ਬਾਹਰ ਕੱਢਿਆ ਓਕੇ। ਅਤੇ ਸਿੱਧਾ ਸਮੁੰਦਰ ਤਟ ਤੇ ਲੈ ਗਿਆ। ਇਹ ਤਾਂ ਗਲਤ ਗੱਲ ਹੈ। ਤੇ ਜਿੱਥੇ ਮੈਂ ਟੱਕਰ ਮਾਰ ਦਿੱਤੀ ਲਾਈਫ ਗਾਰਡ ਸਟੇਸ਼ਨ ਦੇ ਹੇਠਾਂ। ਓਕੇ, ਇਹ ਤਾਂ ਬਹੁਤ ਹੀ ਭੈੜੀ ਗੱਲ ਹੈ। ਅਤੇ ਮੇਰੇ ਪਿਤਾ ਜੀ ਮੈਨੂੰ ਕਦੇ ਮਾਫ ਨਹੀਂ ਕਰਨਗੇ। ਐਰਨ, ਪਤਾ ਹੈ ਤੈਨੂੰ, ਬੇਸ਼ੱਕ ਮੈਂ ਜਾਣਦਾ ਕਿ ਇਹ ਭੈੜੀ ਗੱਲ ਹੈ, ਹਾਂ, ਜ਼ਰੂਰ ਹੈ। ਪਰ ਤੈਨੂੰ ਇਹ ਪਤਾ ਹੈ, ਮੈਂ ਸੱਚ ਕਹਿਣਾ ਕਿ ਤੇਰੇ ਪਿਤਾ ਦਾ ਪ੍ਰੇਮ ਇਹਨਾਂ ਸਾਰੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਮਹਾਨ ਹੈ। ਪਿਤਾ ਮਾਫ ਕਰ ਦਿੰਦੇ ਹਨ। ਮੇਰੇ ਨੱਠਣ ਦੇ ਪਲਾਨ ਬਹੁਤ ਢਿੱਲੇ ਨੇ, ਹੈ ਨਾ? ਬਿਹਤਰ ਹੈ ਘਰ ਜਾ ਕੇ ਹਾਲਾਤ ਦਾ ਸਾਹਮਣਾ ਕਰਨਾ। ਕ੍ਰਿਸ, ਜॉय, ਕੀ ਤੁਸੀਂ ਐਰਨ ਨੂੰ ਵੇਖਿਆ ਹੈ? ਉਹ ਅੱਜ ਸਕੂਲ ਨਹੀਂ ਗਿਆ ਅਤੇ ਮੈਨੂੰ ਵੀ ਕੁਝ ਪਤਾ ਨਹੀਂ। ਐਰਨ, ਤੂੰ ਕਿੱਥੇ ਗਿਆ ਸੀ? ਏਟੀਵੀ ਚਲੀ ਗਈ ਹੈ। ਤੇਰੀ ਮਾਂ ਅਤੇ ਮੈਨੂੰ ਤੇਰੀ ਕਿੰਨੀ ਫਿਕਰ ਹੋ ਰਹੀ ਸੀ। ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ। ਤੂੰ ਪਹਿਲਾਂ ਥੱਲੇ ਆ ਪੁੱਤਰ। ਡੈਡ, ਮੈਨੂੰ ਬਸ ਖੁਸ਼ੀ ਹੈ ਤੂੰ ਸਹੀ ਸਲਾਮਤ ਹੈ। ਪ੍ਰਭੂ ਦਇਆਵਾਨ ਅਤੇ ਰਹਿਮਦਿਲ ਹਨ। ਉਹ ਗੁੱਸਾ ਕਰਨ 'ਚ ਹੌਲੇ ਹਨ ਅਤੇ ਸੱਚੇ ਪ੍ਰੇਮ ਨਾਲ ਮੇਰੇ ਹਨ। ਤੁਹਾਡੇ ਲਈ ਜੀਆਂ ਮੇਰੀ ਮਦਦ ਕਰੋ ਬਦਲੋ ਜੀਵਨ ਤੇ ਨਵਾਂ ਕਰੋ ਜੀਵਨ ਨਵਾਂ ਕਰੋ ਤੁਹਾਡੇ ਲਈ ਜੀਆਂ ਮੇਰੀ ਮਦਦ ਕਰੋ
सोचिए कि हो सकता है इतिहास दे सफर विच उच्चे उड़िए सफर ते चलिए रहस दे अंदर वेखिए जो वेखना सी जाहिर है ए क्या जे है सुनंदी चा ए बचन है सदा सारे जहां दे लई एक कहानी सदा है जो सच ए बचन है रोशन उस रोशनी दे नाल रब ने दित्ती जो अपने प्रेम विच सफर ते चल के वेखो करिश्मा तुसी अंदर है जो साडे सारियां दे लई उस दा जिंदा बचन सुपर बोल